ਚੜ੍ਹਦਾ ਸੂਰਜ, ਚੜ੍ਹਦਾ ਸੂਰਜ, ਚੜ੍ਹਦਾ ਸੂਰਜ। ਨਮਸਕਾਰ। ਅੱਜ ਦਾ ਦਿਹਾੜਾ ਤੁਹਾਡਾ ਬਹੁਤ ਸੋਹਣਾ ਜਾਵੇ, ਬਹੁਤ ਸੁਖੀ ਜੀਵਨ ਲਵੋ ਤੁਸੀਂ, ਅਜਿਹੀ ਮੇਰੀ ਮੰਗਲ ਕਾਮਨਾ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰੇ, ਅਜਿਹੀ ਮੇਰੀ ਪ੍ਰਾਰਥਨਾ। ਪ੍ਰਾਰਥਨਾ ਯੁਕਤ ਹੋ ਫਰਿਆਦ ਕਰਦਾ। ਗ੍ਰਹਿਾਂ ਦੀ ਚਾਲ ਵੱਲ ਤੱਕਦੇ ਰਹੋ। ਗ੍ਰਹਿ ਆਪਾਂ ਨੂੰ ਨਿਰੰਤਰ ਪ੍ਰਭਾਵਿਤ ਕਰਦੇ ਆ ਰਹੇ, ਨਿਰੰਤਰ ਪ੍ਰਭਾਵਿਤ ਕਰਦੇ ਆਪਾਂ ਨੂੰ ਗ੍ਰਹਿ। ਕਦੇ ਚੰਗੀਆਂ ਨੀਂਦਰਾਂ, ਕਦੇ ਨੀਂਦ ਹਰਾਮ ਕਰ ਦਿੰਦੇ, ਕਦੇ ਪਰਿਵਾਰ ਦੇ ਵਿੱਚ ਤੋੜ ਫੋੜ, ਹਿੰਸਾਤਮਕ ਕਾਰਵਾਈਆਂ, ਕਦੇ ਪੈਤਰਿਕ ਸੰਪत्ति ਨੂੰ ਟੁਕੜਿਆਂ 'ਚ ਵੰਡ ਦਿੰਦੇ, ਕਦੇ ਸਿੰਘਾਸਨ ਖਾਲੀ ਤੇ ਕਦੇ ਸਿੰਘਾਸਨ ਨੂੰ ਜੜਿਤ ਕਰ ਦਿੰਦੇ। ਇਹ ਗ੍ਰਹਿ ਹੀਰਿਆਂ ਨਾਲ ਜੜਿਤ ਗ੍ਰਹਿਾਂ ਦੀ ਚਾਲ ਹੈ। ਉਹੀ ਕਿਸਮਤ ਕਈ ਵਾਰ ਪੈਰਾਂ ਦੇ ਥੱਲੇ ਰੋਲ ਦਿੰਦੀ ਇਨਸਾਨ ਨੂੰ, ਤੇ ਉਹੀ ਕਿਸਮਤ ਜਿੱਥੇ ਇਨਸਾਨ ਝਾਕਦਾ ਹੈ ਉੱਥੇ ਹੀਰਿਆਂ ਜੜਿਤ ਚੋਲੇ ਪਹਿਨਾ ਦਿੰਦੀ। ਬੇਔਲਾਦ ਔਲਾਦ ਦੇ ਧਾਰਕ ਹੋ ਜਾਂਦੇ। ਬਹੁਤ ਸੋਹਣੇ ਸੁਚੱਜੇ ਮਹਿਲਾਂ ਵਿੱਚ ਰਹਿਣ ਦਾ ਅਧਿਕਾਰ ਮਿਲ ਜਾਂਦਾ ਹੈ। ਗ੍ਰਹਿਾਂ ਦੀ ਚਾਲ ਹੈ। ਇੱਕ ਗੱਲ ਮੈਂ ਤੁਹਾਨੂੰ ਹੋਰ ਆਖਣਾ ਚਾਹਾਂਗਾ, ਵਿਸ਼ੇਸ਼ ਸੁਣਿਓ, ਸਮਝਿਓ, ਸਵੀਕਾਰਿਓ ਤੇ ਆਪਣਾ ਉਤਸ਼ਾਹ ਕਦੇ ਵੀ ਘਟਾਇਓ ਨਾ। ਬਹੁਤ ਸਾਰੇ ਸੱਜਣ ਇਹ ਸੋਚਦੇ ਹਨ ਕਿ ਜਦੋਂ ਗ੍ਰਹਿ ਨੀਚ ਹੁੰਦਾ ਹੈ ਨਾ ਜਾਣੇ ਉਹ ਕੀ ਕਰ ਦੇਵੇ। ਭਲੇ ਮਾਨਸੋ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜਿਹੜਾ ਗ੍ਰਹਿ ਨੀਚ ਹੈ ਉਹ ਉੱਥੋਂ ਦਾ ਕਰਕਾ ਨਹੀਂ ਹੁੰਦਾ, ਸਿਰਫ ਸ਼ਨੀ ਨੂੰ ਛੱਡ ਕੇ। ਸ਼ਨੀ ਜਿੱਥੇ ਬੈਠਦੇ ਹਨ ਉੱਥੇ ਦਾ ਕੰਮ ਤਾਂ ਕਰਦੇ ਹੀ ਕਰਦੇ, ਫਿਰ ਤੀਜੀ, ਸੱਤਵੀਂ ਤੇ 10ਵੀਂ ਨਿਗਾਹ ਦੇ ਨਾਲ ਵੀ ਤੱਕ ਕੇ ਉੱਥੇ ਵੀ ਭੁਚਾਲ ਤੱਕ ਲਿਆਉਣ ਦਾ ਪ੍ਰਯਾਸ ਕਰਦੇ ਹਨ। ਬਾਕੀ ਗ੍ਰਹਿ ਆਪਣੀ 7ਵੀਂ ਨਿਗਾਹ ਨਾਲ ਤੱਕਦੇ ਹਨ। ਜੇ ਕੋਈ ਗ੍ਰਹਿ ਨੀਚ ਹੈ ਤਾਂ ਉਹ ਆਪਣੀ 7ਵੀਂ ਨਿਗਾਹ ਨਾਲ ਜਿੱਥੇ ਤੱਕ ਰਿਹਾ ਹੈ ਉਹ ਆਪਣੀ ਉੱਚ ਰਾਸ਼ੀ ਨੂੰ ਬੜਾਵਾ ਦੇ ਕੇ ਤੁਹਾਡੀ ਕਿਸਮਤ ਦੇ ਮਾਇਨੇ ਬਦਲਣ ਵਾਸਤੇ ਆਇਆ ਹੈ। ਸਵੀਕਾਰ ਕਰਿਓ ਇਸ ਗੱਲ ਨੂੰ। ਤੁਸੀਂ ਜਿੰਨੇ ਮਹਾਨ ਸੱਜਣ ਹਨ ਦੁਨੀਆ ਤੇ, ਉਹਨਾਂ ਦੀਆਂ ਜਨਮ ਕੁੰਡਲੀਆਂ ਖੋਲ ਕੇ ਵੇਖਿਓ। ਜਿਹੜਾ ਗ੍ਰਹਿ ਉਹਨਾਂ ਦਾ ਨੀਚਦਾ, ਜਿੱਥੇ ਉਹ ਝਾਤੀ ਮਾਰ ਰਿਹਾ ਉੱਚ ਸਥਿਤੀ ਨੂੰ, ਉੱਥੇ ਉਸਨੇ ਸਿੰਘਾਸਨ ਤਿਆਰ ਕਰ ਦਿੱਤਾ। ਉਹਨਾਂ ਦਾ ਸਿੰਘਾਸਨ ਤਿਆਰ ਕਰ ਦਿੱਤਾ। ਕੋਈ ਗ੍ਰਹਿ ਨੀਚ ਦੇ ਵਿੱਚ ਬੈਠ ਕੇ 8ਵੇਂ ਘਰ ਵਿੱਚ ਬੈਠਾ ਹੈ, ਉਹ ਧਨ ਸਥਾਨ ਨੂੰ, ਤਜੋਰੀਆਂ ਨੂੰ ਪ੍ਰਭਾ ਦਿੰਦਾ ਹੈ। ਗ੍ਰਹਿ ਤੀਜੇ ਘਰ ਦੇ ਵਿੱਚ ਕਿਸਮਤ ਦੇ ਮਾਇਨੇ ਬਦਲ ਦਿੰਦਾ ਹੈ। ਗ੍ਰਹਿ 5ਵੇਂ ਘਰ ਵਿੱਚ ਨੀਚ ਦਾ ਲਾਭ ਦੇ ਸਤੋਤਰਾਂ ਦੇ ਪੂਰੇ ਬੂਹੇ ਖੋਲ ਦਿੰਦਾ ਹੈ। ਨੀਚ ਦਾ ਗ੍ਰਹਿ ਤੁਹਾਡੇ 4ਥੇ ਘਰ ਦੇ ਵਿੱਚ ਕਰਮ ਸਥਾਨ ਨੂੰ ਖੋਲ ਕੇ ਸੋਹਣਾ ਸਿੰਘਾਸਨ ਤੁਹਾਡੇ ਵਾਸਤੇ ਤਿਆਰ ਕਰ ਦਿੰਦਾ ਹੈ। ਨੀਚ ਦਾ ਗ੍ਰਹਿ ਜੇ ਤੁਹਾਡੇ 11ਵੇਂ ਘਰ ਵਿੱਚ ਆ ਜਾਵੇ, ਉਹ ਤੁਹਾਡੀ ਔਲਾਦ ਨੂੰ ਤੁਹਾਡੇ ਵੱਲ ਦਾ ਕਰ ਦਿੰਦਾ ਹੈ। ਬਗਾਵਤ ਨੂੰ ਖਤਮ ਕਰ ਦਿੰਦਾ ਹੈ, ਜੱਫੀਆਂ ਪਵਾ ਦਿੰਦਾ ਹੈ, ਭੁੱਲਾਂ ਬਖਸ਼ਾ ਦਿੰਦਾ ਹੈ। ਫਿਰ ਹੋਰ ਕੀ ਹੈ, ਲਗਨ ਵਿੱਚ ਗ੍ਰਹਿ ਨੀਚ ਦਾ ਆ ਜਾਵੇ ਤਾਂ ਉਹ 7ਵੇਂ ਘਰ ਨੂੰ ਤੱਕਦਾ ਹੈ। ਅਲਗਾਵ, ਪਾਰਟਨਰਸ ਦਾ ਅਲਗਾਵ ਉਸ ਨੂੰ ਇਕੱਠਾ ਕਰਾ ਦਿੰਦਾ ਹੈ।
ਫਿਰ ਇੱਕੋ ਘਰ ਦੇ ਵਿੱਚ ਵਸਣਾ ਸਿਖਾ ਦਿੰਦਾ ਹੈ, ਰੋਜ਼ਾਨਾ ਦੀ ਜ਼ਿੰਦਗੀ ਨੂੰ ਰੰਗ ਲਿਆ ਦਿੰਦਾ ਹੈ, ਬਿਜ਼ਨਸ ਦਾ ਤਾਂਤਾ ਉੱਚਾ ਲੈ ਜਾਂਦਾ ਹੈ। ਜਿਹੜਾ ਗ੍ਰਹਿ ਨੀਚ ਦਾ ਦੂਜੇ ਘਰ ਵਿੱਚ ਆ ਜਾਵੇ, ਉਸ ਦੀ ਸਿੱਧੀ ਨਿਗਾਹ 8ਵੇਂ ਘਰ ਤੇ, ਤੁਹਾਡਾ ਪਿਛੋਕੜ ਤਰ ਜਾਂਦਾ ਹੈ, ਉਹ ਡੁੱਬਿਆ ਪੈਸਾ ਵਾਪਿਸ ਆ ਜਾਂਦਾ ਹੈ। ਤੁਹਾਨੂੰ ਉਹ ਕੁਝ ਮਿਲਦਾ ਹੈ ਜਿਹੜਾ ਤੁਸੀਂ ਵਿਚਾਰਿਆ ਵੀ ਨਾ ਹੋਵੇ। ਤੁਹਾਡੀ ਜ਼ਿੰਦਗੀ ਦੇ ਪੰਨੇ ਖੋਲ ਕੇ ਤੁਹਾਨੂੰ ਇੱਕ ਜ਼ਿੰਦਗੀ ਦਾ ਮਾਇਨਾ ਸਿਖਾ ਦਿੰਦਾ ਹੈ। ਨੀਚ ਦਾ ਗ੍ਰਹਿ ਤੁਹਾਡੀ ਕਿਸਮਤ ਦੇ ਘਰ ਵਿੱਚ ਪਿਆ ਹੋਵੇ, ਤੁਸੀਂ ਸੋਚੋ ਕਿ ਕਿਸਮਤ ਡੁੱਬ ਜਾਣੀ, ਇੰਜ ਨਹੀਂ ਹੈ। ਉਹ ਤੁਹਾਨੂੰ ਅਜਿਹੀ ਸ਼ਕਤੀ ਪ੍ਰਦਾਨ ਕਰਦਾ ਹੈ, ਤੀਜੇ ਘਰ ਨੂੰ ਤੱਕਦਾ ਹੋਇਆ ਤੁਹਾਡੀਆਂ ਅੰਦਰਲੀਆਂ ਸਾਰੀਆਂ ਸੁੱਤੀਆਂ ਸ਼ਕਤੀਆਂ ਨੂੰ ਜਗਾ ਕੇ ਤੁਹਾਨੂੰ ਵਿਜੇਤਾ ਕਰਾਰ ਕਰਾ ਦਿੰਦਾ ਹੈ। ਗ੍ਰਹਿਾਂ ਦੀ ਚਾਲ ਹੈ, ਸਮਝਣ ਤੇ ਸਵੀਕਾਰ ਕਰਨ ਦਾ ਪ੍ਰਯਾਸ ਕਰੋ। ਜੇ ਕਰ ਲਿਆ ਸਮਝੋ ਬੱਲੇ ਬੱਲੇ। ਫਿਰ ਇਸ ਤੋਂ ਹਟ ਕੇ ਕੀ ਹੈ, ਸਭ ਤੋਂ ਜ਼ਿਆਦਾ ਆਪਾਂ ਨੂੰ ਧਿਆਨ ਰੱਖਣ ਦੀ ਕਿੱਥੇ ਲੋੜ ਹੁੰਦੀ ਹੈ, ਜਦੋਂ 6ਵੇਂ ਘਰ ਵਿੱਚ ਕੋਈ ਨੀਚ ਗ੍ਰਹਿ ਪਿਆ ਹੋਵੇ ਤੇ ਉਹ 7ਵੀਂ ਨਿਗਾਹ ਨਾਲ 12ਵੇਂ ਘਰ ਨੂੰ ਜਦੋਂ ਤੱਕਦਾ ਹੈ, ਉਹ ਘਰ ਵੀ ਬਹੁਤ ਵਧੀਆ ਨਹੀਂ ਹੈ। ਫਿਰ ਬਹੁਤ ਵੱਡੇ ਵੱਡੇ ਬੈਡ ਕਰਮ ਕਰਵਾ ਦਿੰਦਾ ਹੈ। ਉੱਥੇ ਤੱਕਣ ਦੀ ਲੋੜ ਹੈ, ਉੱਥੇ ਧਿਆਨ ਰੱਖਣ ਦੀ ਲੋੜ ਹੈ, ਉੱਥੇ ਸਮਝਣ ਦੀ ਲੋੜ ਹੈ, ਉੱਥੇ ਸਹੀ ਰਸਤਿਆਂ ਤੇ ਜਾਣ ਦੀ ਲੋੜ ਹੈ, ਉੱਥੇ ਗਿਆਨ ਦਾ ਪ੍ਰਸਾਦ ਚਖਣ ਦੀ ਲੋੜ ਹੈ, ਉੱਥੇ ਵਿਦਵਾਨਾਂ ਦੀ ਬਾਣੀ ਨੂੰ ਪੀਣ ਦੀ ਲੋੜ ਹੈ। ਮੈਂ ਨੀਚ ਦੇ ਗ੍ਰਹਿ ਦੀ ਗੱਲ ਕਰਦਾ ਉਸ ਮੁਕਾਮ ਤੇ ਪਹੁੰਚਣ ਦਾ ਪ੍ਰਯਾਸ ਕੀਤਾ ਹੈ, ਤਾਂ ਕਿ ਸਾਰੇ ਸੱਜਣ ਐਵੇਂ ਹੀ ਇਸ ਗੱਲ ਨੂੰ ਲੈ ਕੇ ਨਾ ਵਿਚਾਰਦੇ ਰਹਿਣ ਕਿ ਗ੍ਰਹਿ ਤਾਂ ਨੀਚ ਆ ਗਿਆ ਹੈ, ਗ੍ਰਹਿ ਤਾਂ ਨੀਚ ਆ ਗਿਆ ਹੈ। ਇਸ ਤਰ੍ਹਾਂ ਨਹੀਂ ਹੈ। ਨੀਚ ਗ੍ਰਹਿ ਤੁਹਾਨੂੰ ਪੀੜ ਨਹੀਂ ਦੇਵੇਗਾ। ਜਿੱਥੇ ਪਿਆ ਬਸ ਉਸ ਨੂੰ ਸੁੱਤਾ ਰਹਿਣ ਦਿਓ। ਉਸ ਦੀ ਜਾਗਰਿਤ ਅਵਸਥਾ, ਉੱਚ ਗ੍ਰਹਿ ਦੀ ਨਿਗਾਹ, ਉਸ ਨੂੰ ਤੱਕਣ ਦਾ ਪ੍ਰਯਾਸ ਕਰੋ। ਉਸ ਨੇ ਤੁਹਾਡੇ ਧਨ ਦਾ ਕਿਹੜਾ ਪਰਨਾਲਾ ਖੋਲ ਦੇਣਾ ਹੈ, ਉਸ ਨੇ ਤੁਹਾਡੇ ਵਪਾਰ ਨੂੰ ਕਿੱਥੋਂ ਫੜ ਕੇ ਲੈ ਆਉਣਾ ਹੈ, ਉੱਥੇ ਤੁਹਾਡੀ ਸ਼ੋਹਰਤ, ਯਸ਼, ਮਾਨ, ਕੀਰਤੀ ਨੂੰ ਕਿੱਥੋਂ ਲਿਆਉਣਾ ਹੈ, ਉਸ ਨੇ ਤੁਹਾਡੇ ਗਿਆਨ ਨੂੰ ਕਿੱਥੋਂ ਜਾਗਰਿਤ ਕਰਨਾ ਹੈ, ਉੱਥੇ ਉਸ ਨੇ ਤੁਹਾਡੇ ਕਰਮ ਨੂੰ ਕਿੱਥੋਂ ਜਾਗਰਿਤ ਕਰਕੇ ਤੁਹਾਡੇ ਅੱਗੇ ਖੜਾ ਕਰ ਦੇਣਾ ਹੈ। ਉੱਥੇ ਸੁਖ, ਸ਼ਾਂਤੀ, ਆਨੰਦ ਦੇ ਪਿਆਲੇ ਪਿਆ ਦੇਣੇ ਹਨ। ਮੈਂ ਛੋਟੀਆਂ ਛੋਟੀਆਂ ਗੱਲਾਂ ਦੇ ਨਾਲ ਤੁਹਾਨੂੰ ਕੁਝ ਨਾ ਕੁਝ ਦੱਸਣ ਦਾ ਪ੍ਰਯਾਸ ਕਰਦਾ ਰਹਿੰਦਾ ਹਾਂ। ਇਹ ਗ੍ਰਹਿ ਅਜੇ ਨੀਚ ਅਵਸਥਾ ਵਿੱਚ 8 ਮਾਰਚ ਨੂੰ ਰਾਸ਼ੀ ਪਰਿਵਰਤਨ ਕਰੇਗਾ। 8 ਅਪ੍ਰੈਲ ਨੂੰ, 15 ਅਪ੍ਰੈਲ ਨੂੰ ਫਿਰ ਉਦੇ ਹੋ ਜਾਣਾ। ਇਸ ਨੇ ਪੂਰਾ ਸਕਰੀय ਹੋ ਕੇ ਤੁਹਾਡੇ ਜ਼ਿੰਦਗੀ ਵਿੱਚ ਆ ਕੇ ਤੁਹਾਨੂੰ ਖੁਸ਼ਹਾਲੀ ਦੇ ਖੇਤਾਂ ਵਿੱਚ ਜਾ ਖੜੇ ਕਰਨਾ। ਇਸ ਨੇ ਬੁੱਧ ਗ੍ਰਹਿ ਕ੍ਰਿਸ਼ੀ ਦਾ ਮਾਲਿਕ ਹੈ। ਬੁੱਧ ਗ੍ਰਹਿ ਹਰੀਆਂ ਭਰੀਆਂ ਫਸਲਾਂ ਦਾ ਮਾਲਿਕ ਹੈ। ਬੁੱਧ ਗ੍ਰਹਿ ਤੁਹਾਡੇ ਜੀਵਨ ਦੀ ਖੇਤੀ ਦਾ ਮਾਲਿਕ ਹੈ, ਤੁਹਾਡੇ ਸ਼ਬਦਾਂ ਦਾ ਮਾਲਿਕ ਹੈ, ਤੁਹਾਡੀ ਬਾਣੀ ਦਾ ਮਾਲਿਕ ਹੈ, ਤੁਹਾਡੇ ਵਪਾਰ ਦਾ ਮਾਲਿਕ ਹੈ, ਤੁਹਾਡੀ ਨਾੜੀ ਦਾ ਮਾਲਿਕ ਹੈ। ਇਸ ਨੂੰ ਜਾਗਰਿਤ ਰੱਖਣਾ, ਇਸ ਦੀ ਪੂਜਾ ਅਰਚਾ ਉਪਾਸਨਾ ਵਿੱਚ ਰਹਿਣਾ, ਇਸ ਨੂੰ ਤੱਕਣਾ ਅਹਿਮ ਜ਼ਰੂਰੀ ਹੈ। ਬਹੁਤ ਥੋੜੇ ਦਿਨਾਂ ਤੋਂ ਬਾਅਦ ਹੀ ਆਪਣਾ ਰਾਸ਼ੀ ਪਰਿਵਰਤਨ ਕਰ ਜਾਂਦਾ, ਆਪਣਾ ਕੰਮ ਕਰਕੇ ਅੱਗੇ ਚਲੇ ਜਾਂਦਾ ਹੈ। ਸਾਰਾਂਸ਼ ਵਿੱਚ ਮੈਂ ਕੀ ਆਖਣਾ ਚਾਹੁੰਦਾ ਹਾਂ? ਮੈਂ ਆਖਣਾ ਚਾਹੁੰਦਾ ਹਾਂ ਕਿ ਕੋਈ ਵੀ ਗ੍ਰਹਿ
ਜਦੋਂ ਨੀਚ ਰਾਸ਼ੀ ਵਿੱਚ ਹੁੰਦਾ ਹੈ, ਚਿੰਤਾ ਨਾ ਕਰਿਓ। ਉਹ ਆਪਣੀ ਉੱਚ ਰਾਸ਼ੀ ਨੂੰ ਤੱਕਦੇ ਉੱਥੇ ਦੇ ਕਿੰਨੇ ਗੁਣਾ ਪ੍ਰਭਾਵ ਤੁਹਾਨੂੰ ਦਿੰਦਾ ਹੈ ਤੇ ਤੁਹਾਡੀਆਂ ਝੋਲੀਆਂ ਭਰ ਦਿੰਦਾ ਹੈ। ਅਚਾਨਕ ਧਨ ਦੇ ਸਤੋਤਰ ਖੋਲ ਦਿੰਦਾ ਹੈ, ਕਿਸਮਤ ਦੇ ਤਾਲੇ ਖੋਲ ਦਿੰਦਾ ਹੈ, ਬਿਨਾਂ ਚਾਬੀ ਤੋਂ ਪਰਮ ਸੁਖਕਾਰਕ ਬਣਾ ਦਿੰਦਾ ਹੈ। ਅੱਜ ਜਿਨ੍ਹਾਂ ਜਾਤਕਾਂ ਦਾ ਜਨਮ ਦਿਨ, ਉਹਨਾਂ ਨੂੰ ਲੱਖ ਲੱਖ ਵਧਾਈ। ਈਸ਼ਵਰ ਉਹਨਾਂ ਦੀ ਹਰ ਤਮੰਨਾ ਪੂਰੀ ਕਰਨਗੇ। ਤੁਹਾਡਾ ਇਹ ਵਰਾ ਵਿਸ਼ੇਸ਼ ਸ਼ੁਕਰ ਗ੍ਰਹਿ ਦੇ ਥੱਲੇ ਜਾਣ ਵਾਲਾ ਹੈ। ਸੁੰਦਰਤਾ ਦਾ ਮਾਲਕ ਹੀਰਿਆਂ ਜੜਿਤ ਚੋਲਾ ਪਹਿਨ ਕੇ, ਸਿਰ ਤੇ ਹੀਰਿਆਂ ਜੜਿਤ ਤਾਜ ਇਸ ਸਾਲ ਤੁਹਾਡੀ ਜ਼ਿੰਦਗੀ ਦੇ ਮਾਇਨੇ ਬਦਲਣ ਵਾਸਤੇ ਆਇਆ ਹੈ। ਓਮ ਸ਼ੁਕਰਾਏ ਨਮः। ਇਸ ਮੰਤਰ ਦਾ ਜਾਪ, ਧੰਨ ਕੁਬੇਰ ਦੀ ਪੂਜਾ ਅਰਚਨਾ ਉਪਾਸਨਾ, ਸ਼ੁਕਰ ਦੀ ਪ੍ਰਵਿਰਤੀਆਂ ਦਾ ਰਾਜ, ਮਾਂ ਲక్ష్ਮੀ ਦੀ ਆਰਾਧਨਾ ਤੁਹਾਡੇ ਜੀਵਨ ਦੇ ਮਾਇਨੇ ਬਦਲ ਦੇਵੇਗਾ, ਪਰਮ ਸੁਖਕਾਰੀ ਬਣਾ ਦੇਵੇਗਾ। ਤੁਹਾਨੂੰ ਇੱਕ ਗੱਲ ਦੱਸਾਂ, ਗੰਗਾ ਜਲ ਜਲ ਨਹੀਂ ਹੈ, ਬੜ ਬ੍ਰਿਕਸ਼ ਵ੍ਰਿਕਸ਼ ਨਹੀਂ ਹੈ, ਤੁਲਸੀ ਦਾ ਪੌਦਾ ਤੇ ਰੁਦਰਾਕਸ਼ ਰੁਦਰਾਕਸ਼ ਨਹੀਂ ਹਨ। ਈਸ਼ਵਰ ਦੇ ਸ੍ਰੇਸ਼ਟ ਅੰਗ ਹਨ ਇਹ। ਤੁਸੀਂ ਰੁਦਰਾਕਸ਼ ਦੀ ਮਾਲਾ ਤੇ ਕੋਈ ਬੰਦਗੀ ਕਰਕੇ ਵੇਖੋ, ਸਿੱਧੀ ਪ੍ਰਾਰਥਨਾ ਪਹੁੰਚਦੀ ਈਸ਼ਵਰ ਨੂੰ। ਤੁਲਸੀ ਦਾ ਸੇਵਨ ਕਰਕੇ ਵੇਖੋ, ਆਤਮਾ ਪਵਿੱਤਰ ਹੋ ਜਾਂਦੀ ਹੈ। ਬੜ ਵ੍ਰਿਕਸ਼ ਦੇ ਥੱਲੇ ਬੈਠ ਕੇ ਪੂਜਾ ਕਰਕੇ ਵੇਖੋ, ਚੌਤਰਫਾ ਸ਼ਕਤੀਆਂ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਣਗੀਆਂ। ਤੇ ਗੰਗਾ ਜਲ ਦਾ ਸੇਵਨ ਕਰਕੇ ਦੇਖੋ, ਅਪਵਿੱਤਰਤਾ ਖਤਮ ਹੋ ਜਾਵੇਗੀ ਮੂਲ ਤੋਂ, ਪਰਮ ਸੁਖਕਾਰਕ ਬਣ ਜਾਵੋਗੇ। ਅੱਜ ਦਾ ਦਿਹਾੜਾ ਮੰਗਲਮੈ ਸ਼ਬਦਾਂ ਦੇ ਨਾਲ ਅੱਜ ਦਾ ਰਾਸ਼ੀਫਲ। ਮੇਖ ਰਾਸ਼ੀ ਦੇ ਸੱਜਣਾਂ ਨੂੰ ਹਰ ਪੱਖ ਤੋਂ ਚੰਗਾ ਨਤੀਜਾ। ਮੇਖ ਰਾਸ਼ੀ ਦੇ ਸੱਜਣੋਂ ਪੀੜਾਂ ਘੇਰ ਸਕਦੀਆਂ। ਮਿਥੁਨ ਰਾਸ਼ੀ ਦੇ ਸੱਜਣ ਪੜੋਸ ਤੋਂ ਪਰੇਸ਼ਾਨ ਹੋ ਸਕਦੇ। ਕਰਕ ਰਾਸ਼ੀ ਦੇ ਸੱਜਣੋਂ ਚਲ ਅਚਲ ਸੰਪत्ति ਵਿੱਚ ਲਾਭ ਦੇ ਸਤੋਤਰ ਜੁੜ ਸਕਦੇ। ਸਿੰਘ ਰਾਸ਼ੀ ਦੇ ਸੱਜਣਾਂ ਨੂੰ ਪ੍ਰੇਮ ਦੀਆਂ ਰਾਹਾਂ ਤੇ ਫੁੱਲਾਂ ਦੇ ਯੋਗ। ਕੰਨਿਆ ਰਾਸ਼ੀ ਦੇ ਸੱਜਣੋਂ ਰੋਗੀ ਕਰਾਰ ਦਿੱਤੇ ਜਾ ਸਕਦੇ। ਤੁਲਾ ਰਾਸ਼ੀ ਦੇ ਸੱਜਣਾਂ ਨੂੰ ਰਾਹੇ ਜਾਂਦੇ ਕੋਈ ਧੋਖਾ ਦੇ ਸਕਦਾ ਹੈ। ਬ੍ਰਿਸ਼ਚਿਕ ਰਾਸ਼ੀ ਦੇ ਸੱਜਣਾਂ ਨੂੰ ਅੱਜ ਕੋਈ ਪੈਤ੍ਰਿਕ ਸੁੱਖ ਮਿਲਣ ਵਾਲਾ ਹੈ। ਧਨੁ ਰਾਸ਼ੀ ਦੇ ਸੱਜਣੋਂ ਕੋਈ ਸੱਟ ਲੱਗ ਸਕਦੀ। ਮਕਰ ਰਾਸ਼ੀ ਦੇ ਸੱਜਣਾਂ ਨੂੰ ਪਿਆਰ ਦੀਆਂ ਪਿੰਗਾਂ ਦੇ ਵਿੱਚ ਅਨਿਸ਼ਟਕਾਰੀ ਦੋਸ਼ ਆ ਸਕਦੇ। ਕੁੰਭ ਰਾਸ਼ੀ ਦੇ ਸੱਜਣੋਂ ਹਰ ਪੱਖ ਤੋਂ ਚੰਗਾ ਨਤੀਜਾ। ਤੇ ਮੀਨ ਰਾਸ਼ੀ ਦੇ ਸੱਜਣਾਂ ਨੂੰ ਜੈ ਜੈਕਾਰ ਦੇ ਨਾਰੇ ਮਿਲਣਗੇ। ਨਮਸਕਾਰ। ਚੜ੍ਹਦਾ ਸੂਰਜ ਪ੍ਰੋਗਰਾਮ ਨੂੰ ਤੁਸੀਂ ਵੇਖ ਸਕਦੇ ਹੋ ਸਾਡੇ YouTube ਚੈਨਲ ਐਸਟ੍ਰੋ ਸ਼ੋ ਬਾਈ ਕਮਲਦੀਪ ਤੇ। ਨਾਲ ਹੀ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ज्योतिष सम्राट कमलदेव जी, 41 अमन पार्क, सामने चुंगी, फिरोजपुर रोड, लुधियाना।